अंधी रहियत ज्ञान ब्योनी पाए परे मुरदार। ज्ञानी नचे बाजे बावे रूप करे श्रृंगार। उच्चे कुके बादा गावे जोधा का विचार। मूर्ख पंडित हिकमत हुज्जत संजय करे प्यार। धर्मी धर्म करेगा बावे मंगे मोख द्वार। सब को पूरा आपे होवे घट न कोई आगे। बदी सो बचक नानका सच्चा वेख सोए। अगे जात न जोर है अगे जियो निभे। कर्म जिन्ना को तुद पाया ता तिन्नी खसम ते आया है ना। एक नानू तू मेला एक आपो तुद खुआया। है जई सच समाया बोलो। जी पाग टड़ेयर संत तुम्हारे जिन कर तन हर नामा। जी पाग टड़ेयर संत तुम्हारे जिन कर तन हर नामा। हर संत तुम्हारे ओ पाग टड़ेयर संत तुम्हारे जिन कर तन हर नामा। पाग टड़ेयर संत तुम्हारे जिन कर तन हर नामा। जी भाग ठड़े हर संत तुम्हारे जिन कर तन हर नामा। परवान गणी सही आए सफल तना के कामा। मेरे राम हर जन कै हों बल जाई। केसा का कर चबर टलावा चरण तोड़ मुख लाई। रहाओ जन्म मरण दोहों मैं नाही जन परोपकारी आए। जी दान दे भगती लाइन हर स्यों लैन मिलाए। सत्कारजोग गुरां की साज के नवाजी सतसंग जी। अंमृत वेले का समा अंमृत वेला सच नाम वड्याई विचार। श्री गुरु ग्रंथ साहिब महाराज दी पावन पवित्र बाणी दे नाल जुड़न वास्ते जिथे उत्थे जेठ का महीना चल रहा है। एक पासे वो भयानक महामारी जो कोरोना की भयानक बीमारी है, तो निजात पाने वास्ते उत्थे अज डॉक्टर लोगों का भी इलाज जिहड़ा वो चल रहा है। तो तकरीबन जिन्ने भी साडे शहर ने जिवें बठिंडा है, बरनाला, एक कोरोना मुक्त कल सरकार ने ऐलान दिता। तकरीबन साडे सूबे दे विच कह लो भी थोड़े जे मरीज रह गए, 10-15 क मरीज बस
ਉਹਨਾਂ ਨੂੰ ਅੱਜ ਸਵੇਰ ਵਿੱਚ ਛੁੱਟੀ ਮਿਲ ਜਾਣੀ ਹੈ। ਸਾਰਾ ਜਿਤਨਾ ਹੀ ਬ੍ਰਹਿਮੰਡ ਅੱਜ ਇਹ ਭਿਆਨਕ ਬਿਮਾਰੀ ਦੁੱਖਾਂ ਦੇ ਵਿੱਚ ਦੀ ਲੰਘ ਕੇ ਗਿਆ ਹੈ। ਚਲੋ ਉਤਨਾ ਪਰਮਾਤਮਾ ਨੂੰ ਚੇਤੇ ਕੀਤਾ ਹੈ, ਕਿਸੇ ਨੇ ਕਿਹੋ ਜਿਹੇ ਢੰਗ ਦੇ ਨਾਲ, ਕਿਸੇ ਨੇ ਕਿਹੋ ਜਿਹੇ ਢੰਗ ਦੇ ਨਾਲ। ਪ੍ਰਭ ਅੰਮ੍ਰਿਤ ਵੇਲੇ ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਆਪਾਂ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੇ ਹਾਂ। ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਅੱਜ ਤੀਜੇ ਗੁਰੂ ਨਾਨਕ ਗੁਰਦਾ ਗੱਦੀ ਉੱਤੇ ਬੈਠੇ, ਕਿਉਂਕਿ ਲੜੀਵਾਰ ਤਿਉਹਾਰ ਚੱਲ ਰਿਹਾ। ਕੱਲ੍ਹ ਤੇ ਤਕਰੀਬਨ ਕਿਸੇ ਕਾਰਨ ਕਰਕੇ ਇਹ ਸਰੀਰ ਨੇ ਇਜਾਜ਼ਤ ਨਹੀਂ ਦਿੱਤੀ। ਕੱਲ੍ਹ ਫਿਰ ਬੱਚਿਆਂ ਨੇ ਹਾਜ਼ਰੀ ਭਰੀ, ਇਸ ਕਰਕੇ ਆਓ ਅੱਜ ਤੀਸਰੇ ਗੁਰੂ ਨਾਨਕ ਗੁਰਤਾ ਗੱਦੀ ਉੱਤੇ ਬੈਠੇ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦੋ ਸਪੁੱਤਰ ਨੇ, ਭਾਈ ਦਾਤੂ ਤੇ ਦਾਸੂ। ਉਹ ਬੜੀ ਈਰਖਾ ਕਰਦੇ ਨੇ, ਕਿਉਂਕਿ ਜਿੱਥੇ ਗੁਰੂ ਨਾਨਕ ਦੀ ਜੋਤ ਆ ਗਈ ਪਰ ਉਹਨਾਂ ਵਿੱਚ ਸਹਿਨਸ਼ੀਲਤਾ ਇਤਨੀ। ਇਹ ਗੁਰੂ ਦੇ ਸਿਧਾਂਤ ਨੇ, ਰਹਿਣੀ ਬਹਿਣੀ ਕਹਿਣੀ ਸਹਿਣੀ। ਅਸੀਂ ਗੁਰੂ ਦੀ ਸੇਵਾ ਕਰਕੇ ਬਈ ਕੁਝ ਪ੍ਰਾਪਤ ਨਹੀਂ ਕਰ ਸਕਦੇ। ਮਹਾਰਾਜ ਜੀ ਕਹਿੰਦੇ ਰਹਿਣੀ ਗੁਰਸਿੱਖਾਂ ਵਾਲੀ, ਬਹਿਣੀ ਕਿੱਥੇ ਹੈ, ਸਹਿਣੀ। ਕਿਸੇ ਨੇ ਕਹਿ ਲਿਆ ਸਹਿ ਵੀ ਲਿਆ, ਕਿਸੇ ਨੂੰ ਕਹਿ ਵੀ ਦਿੱਤਾ। ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਗੁਰਸਿੱਖਾਂ ਵਾਲਾ ਜੀਵਨ ਮਹਾਰਾਜ ਜੀ ਨੇ ਪਾ ਦਿੱਤਾ। ਅਤੇ ਇਹ ਪੰਜੇ ਚਾਰੇ ਗੁਣ ਗੁਰੂ ਅਮਰਦਾਸ ਮਹਾਰਾਜ ਦੇ ਵਿੱਚ ਜਦੋਂ ਗੁਰਤਾ ਗੱਦੀ ਦਿੱਤੀ, ਫਿਰ ਮਾਲਾ ਖਾੜਾ ਗੁਰਦੁਆਰਾ ਜਿੱਥੇ ਬਣਿਆ ਹੋਇਆ ਉੱਥੇ 12 ਕਰਾਮਾਤਾਂ ਮਹਾਰਾਜ ਜੀ ਨੇ ਬਖਸ਼ਿਸ਼ ਕਰੀਆਂ। ਅਮਰਦਾਸ ਤੂੰ ਨਿਮਾਣਿਆਂ ਦਾ ਵਾਣ ਹੈ, ਅਮਰਦਾਸ ਤੂੰ ਨਤਾਣਿਆਂ ਦਾ ਤਾਣ ਹੈ। ਨਿਉਟਿਆਂ ਦੀ ਓਟ, ਨਪੱਤਿਆਂ ਦੀ ਪੱਤ, ਨਗੱਤਿਆਂ ਦੀ ਗੱਤ, ਨਧਿਰਿਆਂ ਦੀ ਧਿਰ, ਰੱਖਣਹਾਰ ਨਿਰਲੱਜਿਆਂ ਦੀ ਲੱਜ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਰੀਆਂ ਉਹ ਜਿਹੜੀਆਂ ਵਡਿਆਈਆਂ ਬਖਸ਼ਿਸ਼ ਕਰ ਦਿੱਤੀਆਂ। ਅਤੇ ਗੁਰੂ ਜੀ ਦੇ ਦੋ ਸਪੁੱਤਰ ਸਨ, ਭਾਈ ਦਾਤੂ ਅਤੇ ਦਾਸੂ। ਉਹਨਾਂ ਨੇ ਬੜਾ ਮਹਾਰਾਜ ਦੇ ਨਾਲ ਜਿਹੜਾ ਕਾਰਨ ਵੈਰ ਕਰਿਆ। ਗੁਰਤਾ ਗੱਦੀ ਸਾਡੀ ਸੀ, ਸਾਡੇ ਪਿਓ ਦੀ ਸੀ, ਸਾਡੇ ਪਿਤਾ ਦੀ ਸੀ। ਅਤੇ ਆਹ ਬੁੱਢਾ 70 ਸਾਲ ਦਾ ਕੰਮ ਕਰਕੇ, ਸੇਵਾ ਕਰਕੇ ਸਾਡੇ ਘਰ ਦੀ ਇਹ ਲੈ ਗਿਆ। ਮਹਾਰਾਜ ਜੀ ਕਹਿਣ ਲੱਗੇ ਕੋਈ ਮੇਰੀ ਵਿਰਾਸਤ ਦੀ ਗੱਦੀ ਨਹੀਂ ਹੈ, ਇਹ ਤਾਂ ਜਿਹੜਾ ਨਾ ਇਹ ਹੈ ਹੀ ਸੇਵਾ ਭਾਵਨਾ ਵਾਲਿਆਂ ਦੀ। ਜਿਨ੍ਹਾਂ ਅੰਦਰ ਸੇਵਾ ਭਾਵਨਾ ਹੈ ਇਹ ਗੁਰੂ ਮਾਨ ਹੀ ਉਹਨਾਂ ਨੂੰ ਦਿੰਦਾ ਕੇਵਲ। ਚਲੋ ਫਿਰ ਮਹਾਰਾਜ ਇੱਕ ਦਿਨ ਤਖਤ ਉੱਤੇ ਬੈਠੇ ਸੀ। ਭਾਈ ਦਾਸੂ ਨੇ ਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਪਿਛਲੇ ਪਾਸੇ ਦੀ ਹੋ ਕੇ ਉਹਨਾਂ ਦੇ ਪਾਵਨ ਪਵਿੱਤਰ ਸਰੀਰ ਉੱਤੇ ਆਪਣੀ ਲੱਤ ਮਾਰੀ। ਮਹਾਰਾਜ ਜੀ ਤਖਤ ਤੋਂ ਥੱਲੇ ਡਿੱਗ ਪਏ। ਫਿਰ ਵੀ ਫਟਾਫਟ ਆਪਣੇ ਆਪ ਨੂੰ ਸੰਭਾਲ ਕੇ ਭਾਈ ਦਾਤੂ ਦੇ ਚਰਨ ਫੜ ਲਏ, ਹੱਥ ਬੰਨ੍ਹ ਕੇ। ਨਿਮਰਤਾ ਦੀ ਨਿਸ਼ਾਨੀ ਹੈ। ਕਹਿੰਦੇ ਤੁਸੀਂ ਗੁਰੂ ਸਪੁੱਤਰ ਹੋ, ਸੱਚੇ ਪਾਤਸ਼ਾਹ ਦੇ ਸਪੁੱਤਰ ਹੋ, ਤੁਸੀਂ ਵੀ ਸੱਚੇ ਪਾਤਸ਼ਾਹ ਹੋ। ਮੇਰੇ ਬੁੱਢੇ ਹੱਡ, ਦੇਖੋ ਇਹ ਨਿਮਰਤਾ ਦੀ ਜਮਾ ਐਨ ਖੀਰ ਹੈ। ਮੇਰੇ ਬੁੱਢੇ ਹੱਡ ਤੁਹਾਡੇ ਕੋਮਲ ਸਰੀਰ ਦੇ ਉੱਤੇ ਕਿਤੇ ਚੋਟ ਨਾ ਵੱਜੀ ਹੋਵੇ, ਲਿਆਓ ਮੈਂ ਤੁਹਾਡੇ ਚਰਨ ਕੁੱਟ ਦਿਆਂ। ਇੱਕ ਪਾਸੇ ਲੱਤਾਂ ਮਾਰੀਆਂ, ਦੂਜੇ ਪਾਸੇ ਜਿਸ ਬਜ਼ੁਰਗ ਬਾਬੇ ਦੇ ਲੱਤਾਂ ਮਾਰੀਆਂ, ਗੁਰੂ ਸਾਹਿਬ ਦੇ ਲੱਤਾਂ ਮਾਰੀਆਂ, ਉਹ ਉੱਠ ਕੇ ਚਰਨ ਫੜ ਕੇ ਕਹਿਣ ਲੱਗੇ ਤੁਹਾਡੇ ਕਿਤੇ ਕੋਮਲ ਚਰਨਾਂ ਵਿੱਚ ਮੇਰੇ ਬੁੱਢੇ ਹੱਡ ਨਾ ਚੁੱਭ ਗਏ ਹੋਣ, ਲਿਆਓ ਮੈਂ ਤੁਹਾਡੀ ਸੇਵਾ ਕਰਦੇ ਹਾਂ। ਫਿਰ ਕਿਹਾ ਗੁਰੂ ਸਾਹਿਬ ਨੇ ਹੁਣ ਤੁਸੀਂ ਇਉਂ ਕਰੋ, ਤੁਹਾਡੇ ਨਾਲ ਵੈਰ ਹੋਊਗਾ, ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਚਲੇ ਜਾਓ, ਉੱਥੇ ਜਾ ਕੇ ਜੋਤ ਜਗਾ ਦਿਓ।
फिर गुरु अमरदास महाराज जी हुक्म मन के उत्थे चले गए, जाके बौली की सेवा आरंभ दी, होर बेअंत सेवावां निभाइयां। हुण गुरु अमरदास महाराज दीयां दो सपुत्रियां ने, बीबी भानी ते दानी, दो सपुत्र ने बाबा मोहन ते मोरी जी। देखिया गुरु की सेवा दे विच संगतां बौली की सेवा दे विच आके दूरों दूरों योगदान पाउंदियां ने। ते एक धन गुरु रामदास महाराज जी छोटी उम्र दे विच भाई जेठा जी करके नाम, चूना मंडी दे रहण वाले, छोटे हुंदे माता पिता सिर तो चले गए, यतीम हो गए बेचारे। नानी ने पालिया, घूंगणियां बना के दे देनियां, बेच आउणियां जाके, ते आके कुछ जिहड़ी बट्ट आउणी वो अपनी नानी नूं दे देनी, उहने होर लिया के छोले वाल के घूंगणियां बना देनियां। फिर उन्होंने सेवा करनी। इस तरह सेवा करद्यां करद्यां बड़ा समा बतीत होया। एक दिन साधु मिल गए भाई जेठा जी नूं। साधुआं ने कहा सानू भुख बड़ी लगी, कुछ छकण वास्ते दे दो। भाई जेठा जी ने घूंगणियां एक एक मुट्ठी दे दी। छक के कहण लगे, जे साडा गुजारा नहीं होया, किरपा करो होर दे दो। बाबा जी ने होर देतियां। कहण तो भाव सारे ही शाबाशी जिहड़ा वो खाली कर दिता। शाम का वक्त होया, घर गए, नानी ने हत्थ करिया, दस की अज वटत लैके आया, अज मैनू साधु मिल गए। नानी ने कहा, पुत्रा ये तो साध मिलते ही रहंदे ने, अज 5 मिल गए, कल 10 मिल जाएंगे, इस तरह अपने घर का गुजारा किवें करांगे, आपां गरीब बहुते हैं। यतीम एक टाइम का भोजन भी नहीं महाराज दे घर मिलता। ते अज उही यतीम घर सतगुरु रामदास महाराज दे घर दे विचों, जिथे भोजन पानी तो भी इन्ने औखे सन, ते अज उस घर दे विचों हज़ारां नहीं लखां की तादाद दे विच भोजन बन बन के जांदा है। गुरु रामदास महाराज जी दे घर दे विचों संगतां भोजन अदी अदब सत्कार सहित छक के जांदियां। धन गुरु रामदास महाराज जिन्हां दा नाम भाई जेठा सी। सेवा हो रही है, बौली साहब की सेवा हो रही है। सेवा करद्यां करद्यां गुरु अमरदास महाराज जी आप भी हत्थी सेवा करते ने। जाके वक्ते खीर एक दिन माता जी कोल बैठे ने, माता मनसा देवी जी, गुरु अमरदास महाराज जी बैठे। पुछया, अपनियां 2 पुत्रियां ने हुण जवान हो गई, बीबी भानी ते दानी, किरपा करो इन्हां वास्ते कोई चंगा बर भालो, ते गुरु नानक दे घर दे विच किरपा हो जावे, क्योंकि धीआं घर विच नहीं आपां रख सकदे, ते किरपा कर दिओ इन्हां बच्चियां वास्ते कोई लड़का वेखो। गुरु अमरदास महाराज जी कहण लगे, ये ड्यूटी गुरु नानक दे घर दी, आपां उन्हां दे घर दे सेवादार हैं, उन्होंने आपे किरपा कर देनी है। यही गल भगत कबीर जदों कमाली बच्ची ब्याहण जोग हो गई, उन्होंने भी आख्या माता लोई दे कहण ते। अज गुरु अमरदास महाराज जी भी कह रहे ने, कहन लगे, जी ने तां जगत बगीचा लाया, पालन हारा माली है। जी ने जगत बगीचा लाया, पालन हारा माली है। जी ने जगत बगीचा जिने जगत बगीचा जेड़े जीव पत्थर विच रहिंदे वो भी पेट किवें भर लैंदे। ओदा ऐसा है दरबार जांदा कोई ना खाली है। जिने जगत बगीचा लाया पालनहारा माली है। सेवा हो रही है, संगत टोकरे भर भर के मिट्टी दे लिजाई जांदियां ने। उन्हां दे विच भाई जेठा जी
ਉਹਨਾਂ ਦੇ ਸਿਰ ਉੱਤੇ ਵੀ ਟੋਕਰਾ ਚੁੱਕਿਆ ਹੋਇਆ ਹੈ, ਮਿੱਟੀ ਕਿਰ ਕਿਰ ਕੇ ਜਿਹੜੀ ਉਹ ਸਿਰ ਵਿੱਚ ਪੈ ਰਹੀ ਹੈ, ਬਰੀਕ ਮਿੱਟੀ। ਬਾਬਾ ਜੇਠਾ ਜੀ ਕੋਲ ਦੀ ਲੰਘ ਰਹੇ ਨੇ, ਛੋਟੀ ਬਸਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਤਾ ਸੀ ਵੀ ਆਹ ਜਿਹੜਾ ਛੋਟਾ ਜਿਹਾ ਬੱਚਾ ਹੋਣਹਾਰ ਹੈ ਨਾ, ਇੱਕ ਦਿਨ ਗੁਰੂ ਨਾਨਕ ਦੇ ਘਰ ਦਾ ਵੱਡਾ ਸੇਵਾਦਾਰ ਬਣੂਗਾ। ਮਾਤਾ ਜੀ ਨੂੰ ਪੁੱਛਦੇ ਨੇ ਕਿਹੋ ਜਿਹਾ ਪੁੱਤਰ ਹੋਣਾ ਚਾਹੀਦਾ ਹੈ। ਕਹਿੰਦੇ ਬਾ ਜਿਹੜਾ ਛੋਟਾ ਜਿਹਾ ਬੱਚਾ ਤੁਰਿਆ ਜਾਂਦਾ ਨੇ, ਇਹਦੇ ਵਰਗਾ ਹੀ ਪੁੱਤਰ ਹੋਵੇ, ਇਹੋ ਜਿਹਾ ਹੀ ਲੰਬਾ, ਇਹੋ ਜਿਹਾ ਸਰੀਰ ਹੋਵੇ, ਇਹੋ ਜਿਹਾ ਰੰਗ ਜਿਹੜਾ ਉਹ ਹੋਵੇ ਉਹਦਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਇਹਦੇ ਵਰਗਾ ਤਾਂ ਫਿਰ ਇਹੋ ਹੀ ਹੈ, ਹੋਰ ਨਹੀਂ ਕੋਈ ਹੋ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਫਿਰ ਇਸੇ ਨੂੰ ਹੀ ਆਪਣਾ ਪੁੱਤਰ ਬਣਾ ਲਓ। ਮਾਤਾ ਜੀ ਕਹਿਣ ਲੱਗੇ ਨਾਤਾ ਪਏ ਪੁੱਛਿਆ ਤੇਰਾ ਪਿੰਡ ਕਿਹੜਾ ਹੈ, ਤੇਰੀ ਬਰਾਦਰੀ ਕਿਹੜੀ ਹੈ, ਤੇਰੇ ਮਾਂ ਬਾਪ ਕਿੱਥੇ ਹੈ। ਕਹਿਣ ਲੱਗੇ ਇਹ ਤਾਂ ਨਾ ਨਿਮਾਣਿਆਂ ਦਾ ਮਾਣ ਹੈ, ਇਹ ਘਰ ਹੈ ਨਿਮਾਣਿਆਂ ਦਾ ਮਾਣ, ਇਹ ਘਰ ਹੈ ਨਤਾਣਿਆਂ ਦਾ ਤਾਣ। ਇੱਥੇ ਤਾਂ ਨਿਮਾਣਾ ਬਣ ਕੇ ਸੇਵਾ ਜਿਹੜਾ ਕੋਈ ਵੀ ਮਨੁੱਖ ਕਰਦਾ ਉਹਦੀ ਝੋਲੀ ਵਿੱਚ ਫਲ ਪੈਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿਣ ਤੋਂ ਭਾਵ ਕੋਲ ਬੁਲਾ ਲਿਆ, ਪੁੱਛਿਆ ਪੁੱਤਰਾ ਕਿੱਥੋਂ ਆਇਆ? ਚੂਨਾ ਮੰਡੀ ਤੋਂ ਆਇਆ। ਤੇਰੇ ਮਾਤਾ ਪਿਤਾ ਸੱਚੇ ਪਾਤਸ਼ਾਹ? ਮਾਤਾ ਪਿਤਾ ਤਾਂ ਮੇਰੇ ਨਾ ਜਦੋਂ ਮੈਂ ਛੋਟਾ ਜਿਹਾ ਸੀ ਉਸੇ ਵਕਤ ਹੀ ਮੈਨੂੰ ਛੱਡ ਕੇ ਮੇਰੇ ਮਾਤਾ ਪਿਤਾ ਚੜ੍ਹਾਈ ਕਰ ਗਏ। ਚੂਨਾ ਮੰਡੀ ਵਿੱਚ ਰਹਿੰਦਾ ਸੀ ਮੈਂ, ਨਾਨੀ ਕੋਲੇ, ਮੇਰੀ ਨਾਨੀ ਨੇ ਮੈਨੂੰ ਪਾਲਿਆ ਅਤੇ ਹੁਣ ਤੁਹਾਡੇ ਘਰ ਦੀ ਸੇਵਾ ਮਿਲ ਗਈ। ਮੈਂ ਸੁਣਿਆ ਜ਼ਰੂਰ ਸੀ ਗੁਰੂ ਨਾਨਕ ਦਾ ਘਰ ਇਹੋ ਜਿਹਾ ਜਿਹੜਾ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਛੰਦਾ। ਅਤੇ ਸੱਚੇ ਪਾਤਸ਼ਾਹ ਮੈਂ ਉਹ ਸੁਣ ਕੇ ਆ ਕੇ ਤੇਰੇ ਘਰ ਦੀ ਸੇਵਾ ਕਰਨ ਲੱਗ ਪਿਆ ਅਤੇ ਮੈਨੂੰ ਕਿਰਪਾ ਕਰ ਦਿਓ, ਹੁਣ ਚਰਨਾਂ ਦੇ ਨਾਲ ਜੋੜ ਲਓ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਬੰਦਨਾ ਸੁਣ ਕੇ ਕਿਹਾ, ਕਹਿੰਦੇ ਇਹਦੇ ਨਾਲੋਂ ਹੋਰ ਸੋਹਣਾ ਬੱਚਾ ਨਹੀਂ ਕੋਈ ਮਿਲਣਾ। ਮਾਤਾ ਜੀ ਚੁੱਪ ਕਰ ਗਏ। ਚਲੋ ਉਹ ਆਪਣਾ ਬਣਾ ਲਿਆ ਅਤੇ ਬਾਬਾ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਜੇਠਾ ਜੀ ਕਹਿ ਰਹੇ ਨੇ, ਸੱਚੇ ਪਾਤਸ਼ਾਹ ਮੈਨੂੰ ਤਾਂ ਆਪਣਾ ਬਣਾ ਲੈ, ਸੱਚੇ ਪਾਤਸ਼ਾਹ ਚਰਨਾਂ ਵਿੱਚ ਕਰਾਂ ਬੇਨਤੀ, ਆਪਣਾ ਬਣਾ ਲੈ ਸੱਚੇ ਪਾਤਸ਼ਾਹ ਚਰਨਾਂ 'ਚ ਕਰਾਂ ਬੇਨਤੀ। ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ। ਹਾਂਜੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ। ਵਿਛੜਿਆ ਮੇਲੇ ਪ੍ਰਭੂ, ਹਰ ਨਾਮ ਮੰਤਰ ਦਰੜਾਏ ਦਾ, ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੋਰੇ ਪਿਆ ਸੰਜੋਗ। ਚਲੋ ਇੱਕ ਬੱਚਾ ਮਿਲ ਗਿਆ, ਹੁਣ ਦੂਜੀ ਬੀਬੀ ਰਹਿ ਗਈ ਦਾਨੀ। ਇਹ ਬੀਬੀ ਭਾਨੀ ਵਾਸਤੇ ਬਾਬਾ ਜੇਠਾ ਜੀ। ਫਿਰ ਉਹ ਪੜਤਾਲ ਕਰਦਿਆਂ ਦੂਸਰਾ ਦਮਾਦ ਮਰ ਜੀ ਨੂੰ ਮਿਲਿਆ, ਜਿਹਦਾ ਨਾਮ ਸੀ ਭਾਈ ਰਾਮਾ ਜੀ। ਭਾਈ ਜੇਠਾ ਅਤੇ ਭਾਈ ਰਾਮਾ ਦੋ ਦਮਾਦ ਹੋਏ ਨੇ ਮਹਾਰਾਜ ਜੀ ਦੇ।
ਚੰਗਾ ਵਧੀਆ ਵਰ ਜਾਣ ਕੇ ਮਹਾਰਾਜ ਨੇ ਦੋਨਾਂ ਬੱਚੀਆਂ ਦਾ ਸ਼ਗਨ ਕਰ ਦਿੱਤਾ। ਸੇਵਾਵਾਂ ਨਿਭਾ ਰਹੇ ਹਨ ਗੁਰੂ ਜੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਸ਼ਹਾਦਤ ਦਾ ਦਿਨ ਹੈ ਨਾ, ਉਹ 26 ਮਈ ਦਾ, ਅੱਜ 17 ਹੋ ਗਈ। ਮੇਰੀ ਭਾਵਨਾ ਸੀ ਚਲੋ ਵੀ ਉਦੋਂ ਤੱਕ ਜਿਹੜੇ ਸ਼ਹਾਦਤ ਦੇ ਦਿਨ ਨੇ ਉਹ ਸ਼ੁਰੂ ਹੋ ਜਾਣ। 26 ਮਈ ਦਾ ਗੁਰੂ ਜੀ ਦਾ ਜਿਹੜਾ ਉਹ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਹੈ, ਜੇਠ ਦਾ ਮਹੀਨਾ ਸੀ। ਅੱਗੇ ਵੀ ਇਹ 26 ਜੇਠ ਦੇ ਨੇੜੇ ਜੇ ਆਉਣਾ ਹੁੰਦਾ ਤਕਰੀਬਨ। ਇੱਧਰ ਆਪਣਾ ਦਿਹਾੜਾ ਹੁੰਦਾ ਇਸ ਪਵਿੱਤਰ ਸਥਾਨ 'ਤੇ ਜੋ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਹਨੀ ਮਹਾਂਪੁਰਖਾਂ ਨੇ ਚਲਾਇਆ, ਅਤੇ ਉਧਰ ਸ਼ਹਾਦਤ ਦੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਦੇ ਚੱਲਦੇ ਨੇ, ਉਧਰ ਜੂਨ ਦੇ ਦਿਨ ਚੱਲਦੇ ਨੇ ਉਹਨਾਂ ਮਹਾਨ ਸ਼ਹੀਦਾਂ ਦੇ ਦਿਨ, ਜਿਨ੍ਹਾਂ ਦੀ ਬਾਬਤ ਲਿਖਿਆ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਇਸ ਕਰਕੇ ਫਿਰ ਦੋਨੇ ਦਮਾਦ ਦੇਖਿਆ ਮਹਾਰਾਜ ਜੀ ਨੇ ਹੁਣ ਉਮਰ ਵਡੇਰੀ ਹੋ ਗਈ, ਹੁਣ ਅਗਲਾ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਵਾਰਸ ਕੌਣ ਬਣੇ। ਹੁਣ ਇਹਨਾਂ ਦੀ ਪਰਖ ਕਰਕੇ ਦੇਖੀਏ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਰਖ ਕਰੀ, ਗੁਰੂ ਅਮਰਦਾਸ ਮਹਾਰਾਜ ਦੀ ਪਰਖ ਦੇ ਵਿੱਚੋਂ ਪਾਸ ਹੋਏ, ਗੁਰੂ ਨਾਨਕ ਨੇ ਪਰਖ ਕਰੀ, ਬਾਬੇ ਲਹਿਣੇ ਦੀ ਇੰਨੀ ਭਰੀ ਸੰਗਤ ਦੇ ਵਿੱਚੋਂ ਇੱਕੋ ਹੀ ਪਾਸ ਹੋਏ, ਬਾਬਾ ਲਹਿਣਾ ਜੀ। 80,000 ਦੇ ਇਕੱਠ ਵਿੱਚੋਂ ਕੇਵਲ 5 ਹੀ ਪਾਸ ਹੋਏ, 5 ਪਿਆਰੇ ਸਾਹਿਬਾਨ। ਕਿਉਂਕਿ ਇਹ ਗੁਰਸਿੱਖੀ ਬਰੀਕ ਹੈ, ਕਹਾ ਲੈਣਾ ਸੌਖਾ ਹੈ, ਗੁਰਸਿੱਖੀ ਦੇ ਵਿੱਚ ਪਾਸ ਹੋਣਾ ਬੜਾ ਔਖਾ ਹੈ। ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਟਿਕ ਨਾ ਸਕੇ ਫੁਣਹਾ ਨਾ ਚੱਲ ਨਾ ਸਕੇ ਉੱਪਰ ਕੀੜੀ। ਇਹ ਗੁਰਸਿੱਖੀ ਦਾ ਮਾਰਗ ਬੜਾ ਔਖਾ ਹੈ। ਇਹ ਤਾਂ ਜਿਨ੍ਹਾਂ ਨੇ ਗੁਰਸਿੱਖੀ ਦੇ ਮਾਰਗ ਉੱਤੇ ਚੱਲੇ ਉਹਨਾਂ ਨੂੰ ਕਹਿਤਾ ਰੱਤੇ ਸਹੀ ਜੇ ਮੁਖ ਨਾ ਮੁੜਨ। ਗੁਰੂ ਜੀ ਦੇ ਸਮੇਂ ਦੇ ਵਿੱਚ ਉਹ ਕਹਿੰਦੇ ਆਪਣੇ ਗੁਰੂ ਤੋਂ ਨਹੀਂ ਮੁਖੜਾ ਮੋੜਦੇ। ਉਹ ਕਿਹੜੇ? ਜਿਹੜੇ ਗੁਰੂ ਦੇ ਰੰਗ ਵਿੱਚ, ਗੁਰੂ ਦੀ ਸੇਵਾ ਦੇ ਵਿੱਚ ਰੱਤੇ ਹੋਏ ਨੇ। ਇਹ ਗੁਰਬਾਣੀ ਵਿੱਚ ਜਦੋਂ ਭੋਗ ਦੇ ਸ਼ਲੋਕ ਸ਼ੁਰੂ ਹੁੰਦੇ ਨਾ, ਉਦੋਂ ਪਹਿਲਾਂ ਗੁਰੂ ਸਾਹਿਬ ਨੇ ਬੜਾ ਸੁੰਦਰ ਫਰਮਾਨ ਕਰਿਆ, ਮੁਖੜਾ ਨੀ ਮੋੜਦੇ ਰੱਤੇ ਨੇ ਸਹੀ ਜਿਹੜੇ, ਮੁਖੜਾ ਨੀ ਮੋੜਦੇ ਰੱਤੇ ਨੇ ਸਹੀ ਜਿਹੜੇ। ਰੱਤੇ ਨੇ ਬੋਲੋ ਰੱਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈਂ। ਚਲੋ ਦੋਨੇ ਦਮਾਦ ਗੁਰੂ ਜੀ ਦੇ ਮਹਾਰਾਜ ਦੀ ਸੇਵਾ ਕਰਦੇ ਨੇ ਘਰ ਵਿੱਚ। ਮਹਾਰਾਜ ਨੇ ਕਿਹਾ ਹੁਣ ਗੁਰੂ ਨਾਨਕ ਦੀ ਗੱਦੀ ਦਾ ਸੇਵਾਦਾਰ ਤਾਂ ਇੱਕੋ ਹੀ ਹੋਊਗਾ। ਫਿਰ ਪਰਖ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜ ਜੀ ਕਹਿਣ ਲੱਗੇ, ਭਾਈ ਸੇਵਾ ਚੱਲਦੀ ਹੈ ਬੌਲੀ ਸਾਹਿਬ ਦੀ, ਸਾਡਾ ਜੀ ਕਰਦਾ ਅਸੀਂ ਇੱਕ ਥਾਂ 'ਤੇ ਬੈਠ ਜਾ ਕਰੀਏ, ਜਾਂ ਚੜ੍ਹਦੇ ਵਰਨੀ ਜਾਂ ਛਿਪਦੇ ਕੰਨੀ, ਉੱਥੇ ਥੋੜ੍ਹੀ ਜਿਹੀ ਉੱਚੀ ਜਗ੍ਹਾ ਹੋਵੇ, ਉਹਦੇ ਉੱਤੇ ਬੈਠ ਕੇ ਅਸੀਂ ਵੇਖਿਆ ਕਰੀਏ ਸੰਗਤ ਸੇਵਾ ਕਰਦੀ ਹੈ, ਸਾਡਾ ਵੀ ਜੀ ਕਰਦਾ ਅਸੀਂ ਵੀ ਸੇਵਾ ਕਰੀਏ। ਮਹਾਰਾਜ ਜੀ ਕੀ ਹੁਕਮ ਹੈ? ਕਹਿੰਦੇ 2 ਥੜੇ ਬਣਾ ਦਿਓ, ਇੱਕ ਸੱਜੇ ਇੱਕ ਖੱਬੇ, ਇੱਕ ਚੜ੍ਹਦੇ ਕੰਨੀ ਇੱਕ ਲਹਿੰਦੇ ਕੰਨੀ। ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਹੈ। ਇੱਕ ਪਾਸੇ ਭਾਈ ਜੇਠਾ ਜੀ ਨੂੰ ਲਾ ਦਿੱਤਾ, 2 4 10 ਸੇਵਾਦਾਰ ਦੇ ਦਿੱਤੇ, ਇੱਟਾਂ ਦੇ ਦਿੱਤੀਆਂ, ਚੂਨਾ ਦੇ ਦਿੱਤਾ, ਸਮਾਨ ਸਾਰਾ ਦੇ ਦਿੱਤਾ। ਇੱਕ ਪਾਸੇ ਦੂਸਰਾ ਦਮਾਦ ਭਾਈ ਰਾਮਾ ਜੀ ਨੂੰ ਲਾ ਦਿੱਤਾ, ਲੈ ਸੇਵਾ ਕਰੋ। ਸੇਵਾ ਕਰਨ ਲੱਗੇ ਦੋਨੋਂ ਦਮਾਦ ਮਹਾਰਾਜ ਜੀ ਦੇ। ਸੁਬਾਹ ਅੰਮ੍ਰਿਤ ਵੇਲੇ ਥੜਾ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ਾਮ ਦਾ ਵਕਤ ਹੋਇਆ ਕਿ ਦੇਖਿਆ ਮਹਾਰਾਜ ਜੀ ਹੌਲੀ ਹੌਲੀ ਖੂੰਡੀ ਨਾ ਆਏ। ਉੱਤੋਂ ਦੀ ਥੜੇ ਦੇ ਗੇੜਾ ਦੇ ਕੇ, ਭਾਈ ਰਾਮਿਆ ਓਏ ਥੜਾ ਵਧੀਆ ਨਹੀਂ ਬਣਿਆ। ਸੱਚੇ ਪਾਤਸ਼ਾਹ ਜਿਵੇਂ ਤੁਸੀਂ ਕਿਹਾ ਸੀ ਮੈਂ ਤਾਂ ਉਵੇਂ ਹੀ ਬਣਾ ਦਿੱਤਾ ਥੜਾ।
ਨਹੀਂ ਬਈ ਜਿਵੇਂ ਮੈਂ ਕਿਹਾ ਸੀ ਉਵੇਂ ਨਹੀਂ ਬਣਿਆ, ਇਹਨੂੰ ਢਾਹ ਦੇ। ਭਾਈ ਰਾਮਾ ਜੀ ਢਾਉਣ ਲੱਗ ਪਏ। ਭਾਈ ਜੇਠਾ ਜੀ ਕੋਲੇ ਆ ਗਏ। ਭਾਈ ਜੇਠਿਆ ਥੜਾ ਵਧੀਆ ਨਹੀਂ ਬਣਿਆ ਤੇਰਾ। ਮਹਾਰਾਜ ਜੀ ਅਲਪੱਗ ਜੀਵ ਤੇ ਕਿਰਪਾ ਕਰ ਦਿਓ, ਮੈਨੂੰ ਸੁਮਤ ਬਖਸ਼ਿਸ਼ ਕਰ ਦਿਓ। ਮਹਾਰਾਜ ਕਹਿਣ ਲੱਗੇ ਢਾਹ ਦਿਓ, ਥੜੇ ਵਧੀਆ ਨਹੀਂ ਬਣੇ। ਫਿਰ ਢਾਹ ਦਿੱਤੇ। ਅਗਲਾ ਦਿਨ ਫੇਰ ਹੋਇਆ। ਜਦੋਂ ਅਗਲਾ ਦਿਨ ਫੇਰ ਹੋਇਆ, ਮਹਾਰਾਜ ਜੀ ਫੇਰ ਅੰਮ੍ਰਿਤ ਵੇਲੇ ਸਮਾਨ ਸਾਰਾ ਦੇ ਦਿੱਤਾ। ਲੈ ਇੰਨਾ ਕੁ ਉੱਚਾ, ਇੰਨਾ ਕੁ ਨੀਵਾਂ, ਇੰਨਾ ਕੁ ਲੰਬਾ, ਇੰਨਾ ਕੁ ਚੌੜਾ ਇਹ ਥੜਾ ਬਣਾਉਣਾ ਹੈ। ਹੁਣ ਫੇਰ ਲਾਗੇ ਬਣਾਉਣ। ਸ਼ਾਮ ਦਾ ਵਕਤ ਹੋਇਆ। ਮਹਾਰਾਜ ਜੀ ਫੇਰ ਹੌਲੀ ਹੌਲੀ ਖੁੰਡੀ ਨਾਲ ਆਏ, ਤੁਰੇ। ਆ ਕੇ ਕਹਿਣ ਲੱਗੇ ਭਾਈ ਥੜੇ ਵਧੀਆ ਨਹੀਂ ਬਣੇ। ਦੋਨਾਂ ਨੂੰ ਇਕੱਠਿਆਂ ਨੂੰ ਕਹਿਤਾ ਅਜੇ ਵਧੀਆ ਨਹੀਂ ਬਣੇ। ਭਾਈ ਜੇਠਾ ਜੀ ਨੇ ਮਹਾਰਾਜ ਜੀ ਦੇ ਚਰਨ ਫੜ ਲਏ। ਸੱਚੇ ਪਾਤਸ਼ਾਹ ਅਲਪੱਗ ਜੀਵ ਹਾਂ। ਭਾਈ ਰਾਮਾ ਜੀ ਕਹਿਣ ਲੱਗੇ ਜਿਵੇਂ ਤੁਸੀਂ ਕਿਹਾ ਸੀ ਉਵੇਂ ਤਾਂ ਥੜਾ ਬਣਾਇਆ ਮੈਂ। ਇੰਨਾ ਉੱਚਾ ਕਿਹਾ ਸੀ, ਇੰਨਾ ਕੁ ਉੱਚਾ, ਇੰਨਾ ਕੁ ਨੀਵਾਂ, ਇੰਨਾ ਕੁ ਚੌੜਾ ਲੰਬਾ, ਉਵੇਂ ਹੀ ਬਣਾਇਆ। ਹੋਰ ਕਿਵੇਂ ਬਣਾਇਆ? ਜਦੋਂ ਮਹਾਰਾਜ ਜੀ ਨੇ ਕਿਹਾ ਵੀ ਢਾਹ ਦਿਓ, ਕੱਲ ਨੂੰ ਫੇਰ ਨਵੇਂ ਬਣਾਇਓ। ਭਾਈ ਜੇਠਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਹੈ। ਪਰ ਭਾਈ ਰਾਮਾ ਜੀ ਕਹਿਣ ਲੱਗੇ ਗੁਰੂ ਘਰ ਦਾ ਸਮਾਨ ਖਰਾਬ ਕਰ ਰਹੇ ਹੋ ਤੁਸੀਂ। ਇਸੇ ਤਰ੍ਹਾਂ ਹੀ ਬਣਾਇਆ ਜਿਵੇਂ ਤੁਸੀਂ ਕਿਹਾ ਸੀ। ਫਿਰ ਕੋਈ ਹੋਰ ਭਾਲ ਲਓ, ਵਧੀਆ ਮਿਸਤਰੀ ਜਿਹੜਾ ਵਧੀਆ ਬਣਾ ਦੇ ਨਾ, ਉਹਨੂੰ ਭਾਲ ਲਓ। ਗੁਰੂ ਜੀ ਕਹਿਣ ਲੱਗੇ ਨਹੀਂ ਕੱਲ ਨੂੰ ਫੇਰ ਬਣਾਇਓ। ਅੱਜ ਤੀਸਰਾ ਦਿਨ ਹੋਇਆ, ਫੇਰ ਥੜੇ ਬਣਾਉਣੇ ਸ਼ੁਰੂ ਹੋ ਗਏ। ਥੜੇ ਬਣ ਗਏ। ਗੁਰੂ ਜੀ ਆ ਗਏ। ਆ ਕੇ ਜਿਸ ਵਕਤ ਦੇਖਿਆ ਥੜਿਆਂ ਦੇ ਆਲੇ ਦੁਆਲੇ ਦੀ ਗੇੜਾ ਕੱਢਿਆ। ਮਹਾਰਾਜ ਜੀ ਕਹਿੰਦੇ ਅੱਜ ਵੀ ਨਹੀਂ ਵਧੀਆ ਬਣੇ। ਜਿਵੇਂ ਮੈਂ ਕਿਹਾ ਸੀ ਉਵੇਂ ਨਹੀਂ ਬਣੇ। ਭਾਈ ਰਾਮਾ ਜੀ ਨੇ ਵਾਹਿਗੁਰੂ ਜਿਹੜਾ ਹੱਥ ਵਿੱਚ ਕਰਨੀ ਫੜੀ ਹੋਈ ਸੀ, ਤੇਸੀ ਫੜੀ ਹੋਈ ਸੀ, ਭਗਾ ਕੇ ਮਾਰੀ। ਕਿਸੇ ਤੋਂ ਹੋਰ ਬਣਾ ਲਓ, ਸਾਥੋਂ ਨਹੀਂ ਬਣਦੇ। ਭਾਈ ਜੇਠਾ ਜੀ ਕੋਲੇ ਗਏ। ਜਦੋਂ ਗੱਲ ਇਹੀ ਆਖੀ ਅੱਜ ਵੀ ਥੜੇ ਵਧੀਆ ਨਹੀਂ ਬਣੇ, ਚਰਨ ਫੜ ਲਏ ਸੱਚੇ ਪਾਤਸ਼ਾਹ ਹੁਣ ਤੁਸੀਂ ਹੀ ਕਿਰਪਾ ਕਰ ਦਿਓ। ਬਸ ਜਦੋਂ ਇਹ ਗੱਲ ਕਹੀ, ਸੱਚੇ ਪਾਤਸ਼ਾਹ ਮੈਨੂੰ ਸੁਮਤ ਬਖਸ਼ਿਸ਼ ਕਰ ਦਿਓ। ਮੇਰੇ ਜੀਵਨ ਦੀ ਡੋਰੀ ਤੁਹਾਡੇ ਹੱਥ ਵਿੱਚ ਹੈ, ਪ੍ਰਭ ਡੋਰੀ ਹਾਥ ਤੁਮਾਰੇ। ਜਦੋਂ ਇਹ ਗੱਲ ਆਖੀ ਭਾਈ ਰਾਮਾ ਜੀ ਗੁੱਸੇ ਹੋ ਕੇ ਚਲੇ ਗਏ। ਭਾਈ ਜੇਠਾ ਜੀ ਨੇ ਚਰਨ ਫੜ ਲਏ। ਮਹਾਰਾਜ ਕਹਿਣ ਲੱਗਿਓ ਮੈਂ ਕੀ ਲੈਣਾ ਥੜਿਆਂ ਤੋਂ, ਮੇਰਾ ਤਾਂ ਜਰ ਆਈ ਜੋਬਨ ਹਾਰਿਆ, ਬੁਢਾਪਾ ਆ ਗਿਆ, ਮੈਂ ਥੜਿਆਂ ਤੋਂ ਕੀ ਲੈਣਾ। ਮੈਂ ਤਾਂ ਦੇਖਦਾ ਸੀ ਤੁਹਾਡੇ ਹਿਰਦੇ ਵਿੱਚ ਬੈਠਣ ਵਾਸਤੇ, ਜਿਹੜੇ ਤੁਹਾਡੇ ਹਿਰਦੇ ਵਿੱਚ ਮੈਂ ਚੌਂਕੜਾ ਮਾਰ ਕੇ ਬੈਠਣਾ ਨਾ, ਉਹ ਥੜਾ ਕਿੰਨਾ ਕੁ ਪੱਕਾ ਹੋ ਗਿਆ। ਮੈਂ ਬਾਹਰਲੇ ਥੜਿਆਂ ਤੋਂ ਕੀ ਲੈਣਾ। ਭਾਈ ਰਾਮਾ ਜੀ ਦੇ ਤਾਂ ਉਹ ਥੜਾ ਨਹੀਂ ਬਣਿਆ, ਭਾਈ ਜੇਠਾ ਜੀ ਦੇ ਬਣ ਗਿਆ। ਬਸ ਫਿਰ ਭਾਈ ਜੇਠਾ ਜੀ ਨੂੰ ਆਪਣੇ ਛਾਤੀ ਨਾਲ ਘੁੱਟ ਕੇ ਲਾ ਲਿਆ। ਚੰਗੇ ਸੋਹਣੇ ਵਸਤਰ ਪਵਾਏ, ਇਸ਼ਨਾਨ ਧਿਆਨ ਕਰਵਾ ਕੇ ਤਖਤ ਉੱਤੇ ਬਿਠਾ ਕੇ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ ਤੇ ਕਹਿ ਦਿੱਤਾ, ਕਹਿਣ ਲੱਗੇ ਅੱਜ ਤੋਂ ਗੁਰੂ ਨਾਨਕ ਦੀ ਗੱਦੀ ਦੇ ਤੁਸੀਂ ਚੌਥੇ ਵਾਰਸ ਹੋ। ਨਾਮ ਸੀ ਭਾਈ ਜੇਠਾ ਜੀ। ਤੇ ਜਦੋਂ ਗੁਰਤਾ ਗੱਦੀ ਉੱਤੇ ਬੈਠ ਗਏ, ਨਾਮ ਗੁਰੂ ਰਾਮਦਾਸ ਮਹਾਰਾਜ ਜੀ ਪੈ ਗਿਆ। ਤੇ ਜਿਨ੍ਹਾਂ ਦੇ ਗ੍ਰਹਿ ਵੇਖੇ ਫਿਰ 3 ਸਪੁੱਤਰਾਂ ਨੇ ਜਨਮ ਲਿਆ ਸੀ। ਭਾਈ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਆ ਸ਼ਹਾਦਤ ਦੇ ਦਿਨ ਚੱਲ ਰਹੇ ਹੈ। ਇਸ ਜੇਠ ਦੇ ਮਹੀਨੇ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਦਿਨ ਨੇ। ਤੇ ਧੰਨ ਗੁਰੂ ਜੀ ਨੇ ਫਿਰ ਬੜੀ ਸੇਵਾ ਕਰੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਟਾਈਮ ਉਹ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਭੋਜਨ ਨਹੀਂ ਸੀ ਬਣਦਾ, ਤੇ ਅੱਜ ਉਹ ਘਰ ਹੈ ਦੁਨੀਆ ਦੀ, ਵਰਲਡ ਦੀ ਸਭ ਤੋਂ ਵੱਡੀ ਰਸੋਈ ਹੈ, ਜਿੱਥੇ ਲੱਖਾਂ ਕਰੋੜਾਂ ਬੰਦਿਆਂ ਨੂੰ ਭੋਜਨ ਬਣਾ ਕੇ ਛਕਾਇਆ ਜਾਂਦਾ ਹੈ। ਇਹ ਕਿਰਪਾ ਕਿਹਦੀ ਹੈ? ਇਹ ਗੁਰੂ ਜੀ ਦੀ ਮਿਹਰ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਰੰਪਾਰ ਮਿਹਰ ਹੈ, ਜਿਨ੍ਹਾਂ ਨੇ ਕਿਰਪਾ ਦਾ ਸਦਕਾ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਦਾ ਮਾਣ ਜਿਨ੍ਹਾਂ ਨੂੰ ਪ੍ਰਾਪਤ ਹੋਇਆ। ਕਦੋਂ? ਜਦੋਂ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਚ ਪਾਵੇ, ਨਾਮ ਰਾਮ ਕਲੀ ਮਹੱਲਾ ਤੀਜਾ।
नंदिक ओंकार सतगुर प्रसाद आनंद पया मेरी माए सतगुरु मैं पाया। राग रतन परवार परियां शबद गावण आईयां। कह नानक नंदो सतगुरु मैं पाया। हर नाल रहो तू मन मेरे दुख सब विसारना। सब नांगला सुमरत स्वामी सो क्यों मनो विसारे। साचे साहिबा क्या नहीं करते रे। सदा सिफत सलाह तेरी नाम मन विसावे। कह नानक सच्चे साहिब क्या नहीं करते रहे। कर शांत जोक मन आय वसिया जिनी इच्छा सब जाइया। कह नानक सुनो संतो शब्द तरो प्यारो। कर पग शब्द बजे कला जित करतारिया। तुद कर्म पाया तू जिनको से ना मार के लागे। नंद सुनो बड़ पाकियो सगल मनोरथ पूरे। दुख रोग संताप उतरे सुनी सच्ची बाणी। सुनते बनीत कहते सतगुर भरपूरे। बोलो वाहिगुरु जी का खालसा वाहिगुरु जी की फतेह। तुझे आ गए